ਅਸਤੀਫਾ ਦੇ ਦਿੱਤਾ ਗਿਆ, ਕੀ ਕਾਰਨ ਸੀ, ਕੀ ਮਜਬੂਰੀਆਂ ਸੀ? ਅਸਤੀਫਾ ਦੇਣਾ ਬਣਦਾ ਹੀ ਸੀਗਾ ਕਿਉਂਕਿ ਇਸ ਪਾਰਟੀ ਦੇ ਲੀਡਰਾਂ ਨੇ ਔਰ ਜਿਹੜੇ ਮੁਖੀ ਨੇ ਇਸ ਪਾਰਟੀ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠਾ, ਇਹਨਾਂ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਕਿਉਂਕਿ ਸਾਨੂੰ ਬਹੁਤ ਵੱਡੇ ਭੁਲੇਖੇ ਦੇ ਵਿੱਚ ਪਾ ਕੇ ਰੱਖਿਆ। ਹਰੇਕ ਇਲੈਕਸ਼ਨ ਦੇ ਵਿੱਚ ਇਹੀ ਗੱਲ ਕਹਿ ਦਿੰਦੇ ਰਹੇ ਕਿ ਤੁਹਾਨੂੰ ਅਗਲੀ ਇਲੈਕਸ਼ਨ ਲੜਾਉਣੀ ਆ। ਔਰ 35 ਸਾਲ ਦੇ ਵਿੱਚ ਮੈਂ ਜਿੰਨੀ ਮਿਹਨਤ ਕੀਤੀ ਹੈ ਔਰ ਮੈਂ ਆਪਣੇ ਪਰਿਵਾਰ ਵੱਲ ਨਹੀਂ ਦੇਖਿਆਗਾ, ਮੈਂ ਪਾਰਟੀ ਵੱਲ ਦੇਖਿਆ। ਜਿੱਥੇ ਵੀ ਕਿਤੇ ਪਾਰਟੀ ਮੇਰੀ ਡਿਊਟੀ ਲਾਉਂਦੀ ਸੀ, ਚਾਹੇ ਕੋਈ ਦਿੱਲੀ ਡਿਊਟੀ ਲਾਤੀ, ਚਾਹੇ ਅੰਮ੍ਰਿਤਸਰ ਡਿਊਟੀ ਲਾਤੀ, ਜਿੱਥੇ ਮਰਜ਼ੀ ਲਾਤੀ, ਪਰ ਪਾਰਟੀ ਨਾਲ ਤਨਦੇਹੀ ਨਾਲ ਕੰਮ ਕੀਤਾ। ਮਾਰੇ ਸੀ ਕਬੀਰ ਦਾਸ ਤਾਂ ਨਵੇਂ ਨੇ, ਹਜੇ ਇੱਥੇ ਟਿਕਟ ਉਹਨਾਂ ਨੂੰ ਦੇ ਦਿੱਤੀ ਗਈ ਆ। ਵਿਚਾਰ ਵਟਾਂਦਰਾ ਕਰਨਾ ਨਹੀਂ ਚਾਹੀਦਾ ਤੁਹਾਨੂੰ ਬਾਦਲ ਮਾਰੇ ਸੀ ਕਬੀਰ ਦਾਸ ਤਾਂ ਨਵੇਂ ਨੇ, ਹਜੇ ਇੱਥੇ ਟਿਕਟ ਉਹਨਾਂ ਨੂੰ ਦੇ ਦਿੱਤੀ ਗਈ ਆ। ਵਿਚਾਰ ਵਟਾਂਦਰਾ ਕਰਨਾ ਨਹੀਂ ਚਾਹੀਦਾ ਤੁਹਾਨੂੰ ਬਾਦਲ। ਇਹ ਸਿਰਫ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ। ਉਸ ਕੰਪਨੀ ਦਾ ਇੱਕ ਐਮਡੀ ਹੈ ਤੇ ਉਸ ਕੰਪਨੀ ਦਾ ਇੱਕ ਐਡੀਸ਼ਨਲ ਐਮਡੀ ਹੈ। 2 ਐਮਡੀ ਨੇ ਇਸ ਕੰਪਨੀ ਦੇ ਜਿਹੜੇ ਕਿ ਆਪਣੀ ਇਸ ਪਾਰਟੀ ਨੂੰ ਚਲਾ ਰਹੇ ਨੇ। ਸੋਚ ਨਾਲ ਕਹਿਣਾ ਪੈਂਦਾ ਹੈ ਕਿ ਅਸੀਂ ਪਿੱਛੇ ਜੇ ਆਪਣੇ ਜੋ ਪ੍ਰੋਗਰਾਮ ਕੀਤੇ, ਅਸੀਂ ਦੱਸਿਆ ਜਾਣੀ ਕਿ ਜਿਹੜਾ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਕੈਂਡੀਡੇਟ ਹੈ, ਉਹਦੇ ਵਾਸਤੇ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਇਹ ਠੀਕ ਨਹੀਂ ਗਾ। ਇਹ ਕਿਉਂ ਠੀਕ ਨਹੀਂ ਗਾ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਚੱਲ ਰਿਹਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਇਹਨਾਂ ਨੇ ਇੱਕ ਪਾਸੇ ਬੰਦ ਕਰ ਲਿਆ ਕਿ ਉਹਦੀ ਗੱਲ ਜਿਹੜੀ ਇਹ ਕਹਿੰਦੇ ਨੇ ਥਾਂ ਥਾਂ ਤੇ ਜਾ ਕੇ 100 ਸਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੁਰਾਣੀ, ਇਹ 100 ਸਾਲ ਪੁਰਾਣੀ ਪਾਰਟੀ ਨਹੀਂ ਰਹੀ। ਇਹ ਹੁਣ ਕੁਝ ਸਾਲਾਂ ਦੀ ਪਾਰਟੀ ਹੋ ਗਈ ਕਿ ਜਿਹਨੇ ਸੁਖਬੀਰ ਸਿੰਘ ਬਾਦਲ ਜਦੋਂ ਤੋਂ ਪ੍ਰਧਾਨ ਬਣੇ ਨੇ, ਉਹਨੇ ਆਪਣੀ ਮਰਜ਼ੀ ਨਾਲ ਸਾਰੇ ਫੈਸਲੇ ਕੀਤੇ ਨੇ। ਇਹਨਾਂ ਦਾ ਜਿਹੜਾ ਝੂਠ ਦਾ ਸੀਗਾ ਪਰਦਾਫਾਸ਼ ਪਿਆ। ਸੋ ਇਹਨਾਂ ਨੇ ਨਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨੀ, ਨਾ ਕਿਸੇ ਵਰਕਰ ਦੀ ਗੱਲ ਸੁਣੀ, ਤੇ ਇਸ ਗੱਲ ਦੀ ਨਿਰਾਸ਼ਾ ਲੈ ਕੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਮਹਾਂ ਪੰਚਾਇਤ ਬੁਲਾ ਕੇ ਇਹ ਗੱਲ ਕਹੀ ਸੀ ਕਿ ਸਾਨੂੰ ਨਹੀਂ ਸੀ ਪਤਾ 2017 'ਚ ਕਬੀਰਦਾਸ ਕੌਣ ਹੈ। ਹੁਣ ਸਾਨੂੰ ਪਤਾ ਲੱਗਿਆ ਹੈ ਕਿ ਕਬੀਰਦਾਸ ਕੌਣ ਹੈ, ਕਬੀਰਦਾਸ ਦੇ ਕਾਰਨਾਮੇ ਕੀ ਨੇ। ਉਹ ਸਾਰੇ ਕਾਰਨਾਮਿਆਂ ਦਾ ਚਿੱਠਾ ਵੀ ਅਸੀਂ ਖੋਲ੍ਹ ਕੇ ਦਿਖਾਇਆ। ਸਤਿ ਸ਼੍ਰੀ ਅਕਾਲ ਦੋਸਤੋ, ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ। ਮੈਂ ਗੌਰਵ ਢਿੰਗੀ। ਸੋ ਇਸ ਵਕਤ ਨਾਭਾ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਗਿਆ। ਕੀ ਕਾਰਨ ਆ ਅਸਤੀਫਾ ਦੇਣ ਦਾ? ਸੋ ਸਾਡੇ ਨਾਲ ਗੱਲਬਾਤ ਕਰਨ ਲਈ ਮੱਖਣ ਸਿੰਘ ਲਾਲਕਾ ਮੌਜੂਦ ਨੇ, ਗੱਲਬਾਤ ਕਰਾਂਗੇ। ਲਾਲਕਾ ਸਾਹਿਬ, ਪਹਿਲਾਂ ਤੁਹਾਡਾ ਸਵਾਗਤ ਹੈ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ। ਅਸਤੀਫਾ ਦੇ ਦਿੱਤਾ ਗਿਆ, ਕੀ ਕਾਰਨ ਸੀ, ਕੀ ਮਜਬੂਰੀਆਂ ਸੀ? ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਵੱਡਾ ਸਮਾਂ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ। ਅਸਤੀਫਾ ਦੇਣਾ ਬਣਦਾ ਹੀ ਸੀਗਾ ਕਿਉਂਕਿ ਇਸ ਪਾਰਟੀ ਦੇ ਲੀਡਰਾਂ ਨੇ ਔਰ ਜਿਹੜੇ ਮੁਖੀ ਨੇ ਇਸ ਪਾਰਟੀ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠਾ, ਇਹਨਾਂ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਕਿਉਂਕਿ ਸਾਨੂੰ ਬਹੁਤ ਵੱਡੇ ਭੁਲੇਖੇ ਦੇ ਵਿੱਚ ਪਾ ਕੇ ਰੱਖਿਆ। ਹਰੇਕ ਇਲੈਕਸ਼ਨ ਦੇ ਵਿੱਚ ਇਹੀ ਗੱਲ ਕਹਿ ਦਿੰਦੇ ਰਹੇ ਕਿ ਤੁਹਾਨੂੰ ਅਗਲੀ ਇਲੈਕਸ਼ਨ ਲੜਾਉਣੀ ਆ, ਕਿਉਂਕਿ ਜੇ ਨਹੀਂ ਤਾਂ ਬੰਦੇ ਨੂੰ ਇੱਕ ਵਾਰੀ ਜਵਾਬ ਦਿੱਤਾ ਵੀ ਬੰਦਾ ਆਪਣੇ ਆਰਾਮ ਨਾਲ ਆਪਣੇ ਤਰੀਕੇ ਨਾਲ ਕੰਮ ਕਰਦਾ। ਸੋ ਮੈਂ ਇਹ ਸਮਝਦਾ ਕਿ ਇਸ ਪਾਰਟੀ ਦੇ ਵਿੱਚ ਅੱਜ ਜਿਹੜਾ ਪਾਰਟੀ ਦਾ ਸਿਸਟਮ ਹੈ, ਉਹ ਸਿਸਟਮ ਨਹੀਂ ਰਿਹਾ ਪਾਰਟੀ ਦਾ। ਇਹ ਸਿਰਫ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ। ਉਸ ਕੰਪਨੀ ਦਾ ਇੱਕ ਐਮਡੀ ਹੈ ਤੇ ਉਸ ਕੰਪਨੀ ਦਾ ਇੱਕ ਐਡੀਸ਼ਨਲ ਐਮਡੀ ਹੈ। 2 ਐਮਡੀ ਨੇ ਇਸ ਕੰਪਨੀ ਦੇ ਜਿਹੜੇ ਕਿ ਆਪਣੀ ਇਸ ਪਾਰਟੀ ਨੂੰ ਚਲਾ ਰਹੇ ਨੇ। ਜਿਹੜੀ ਪਹਿਲਾਂ ਇਹ ਪਾਰਟੀ ਹੁੰਦੀ ਸ਼੍ਰੋਮਣੀ ਅਕਾਲੀ ਦਲ, ਵੈਸੇ ਤਾਂ ਸਾਰੀਆਂ ਪਾਰਟੀਆਂ ਦਾ ਇਹ ਸਿਸਟਮ ਇਹ ਸੀਗਾ ਕਿ ਪਹਿਲਾਂ ਸਿਸਟਮ ਇਹ ਹੁੰਦਾ ਸੀਗਾ ਕਿ ਸਰਕਲ ਜਥੇਦਾਰ, ਜ਼ਿਲ੍ਹਾ ਜਥੇਦਾਰ, ਅਤੇ ਉਸ ਤੋਂ ਬਾਅਦ ਜਨਰਲ ਕੌਂਸਲ, ਫਿਰ ਵਰਕਿੰਗ ਕਮੇਟੀ, ਫਿਰ PAC ਅਤੇ ਫਿਰ ਕੋਰ ਕਮੇਟੀ। ਇਹ 4-5 ਕਮੇਟੀਆਂ ਜਿਹੜੀਆਂ ਸੀਗੀਆਂ ਇਹ ਫੈਸਲੇ ਲੈਂਦੀਆਂ ਸੀਗੀਆਂ ਕਿ ਅਗਲਾ ਇਲੈਕਸ਼ਨ ਕਿਹਨੇ ਲੜਨਾ ਜਾਂ ਅਗਲੇ ਇਲੈਕਸ਼ਨ ਦੇ ਵਿੱਚ ਹੋਣਾ ਕੀ ਚਾਹੀਦਾ, ਕਿਉਂਕਿ ਉਹਦੇ ਨਾਂ 'ਤੇ ਇੱਕ ਹਲਕੇ 'ਚੋਂ 2-2 3-3 ਬੰਦਿਆਂ ਦੇ ਨਾਂ ਵਿਚਾਰੇ ਜਾਂਦੇ ਹੁੰਦੇ ਸੀਗੇ। ਪਰ ਹੁਣ ਇਹ ਕੰਪਨੀ ਦਾ ਜਿਹੜਾ MD ਹੈ ਉਹ ਆਪਣੀ ਮਰਜ਼ੀ ਨਾਲ ਫੈਸਲਾ ਲੈਂਦਾ। MD ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਪ੍ਰਕਾਸ਼ ਸਿੰਘ ਬਾਦਲ ਸੀ ਜੋ ਪੁਰਾਣੇ ਬੰਦਿਆਂ ਦਾ ਧਿਆਨ ਰੱਖਦੇ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਮਾਂ ਨਿਕਲ ਚੁੱਕਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਘਰ 'ਚੋਂ ਬਾਹਰ ਨਹੀਂ ਕੱਢਦੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਇਹਨਾਂ ਨੇ ਇੱਕ ਪਾਸੇ ਬੰਦ ਕਰ ਲਿਆ ਕਿ ਉਹਦੀ ਗੱਲ ਜਿਹੜੀ ਇਹ ਕਹਿੰਦੇ ਨੇ ਥਾਂ ਥਾਂ ਤੇ ਜਾ ਕੇ 100 ਸਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੁਰਾਣੀ, ਇਹ 100 ਸਾਲ ਪੁਰਾਣੀ ਪਾਰਟੀ ਨਹੀਂ ਰਹੀ। ਇਹ ਹੁਣ ਕੁਝ ਸਾਲਾਂ ਦੀ ਪਾਰਟੀ ਹੋ ਗਈ ਕਿ ਜਿਹਨੇ ਸੁਖਬੀਰ ਸਿੰਘ ਬਾਦਲ ਜਦੋਂ ਤੋਂ ਪ੍ਰਧਾਨ ਬਣੇ ਨੇ, ਉਹਨੇ ਆਪਣੀ ਮਰਜ਼ੀ ਨਾਲ ਸਾਰੇ ਫੈਸਲੇ ਕੀਤੇ ਨੇ। ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿੱਡੇ ਵੱਡੇ ਲੀਡਰ ਹੁੰਦੇ ਸੀਗੇ ਜਿਨ੍ਹਾਂ ਦਾ ਨਾਂ ਲੈ ਕੇ ਲੋਕ ਫਖਰ ਮਹਿਸੂਸ ਕਰਦੇ ਹੁੰਦੇ ਸੀਗੇ। ਉਹ ਅੱਜ ਕੋਈ ਵੀ ਲੀਡਰ ਸ਼੍ਰੋਮਣੀ ਅਕਾਲੀ ਦਲ ਨਾਲ ਕਿਤੇ ਨਜ਼ਰ ਨਹੀਂ ਆਉਂਦਾ। ਸੋ ਅੱਜ ਮੈਂ ਸਮਝਦਾ ਕਿ ਪ੍ਰਾਈਵੇਟ ਕੰਪਨੀ ਦਾ ਨਾਂ ਦੇ ਦੇਣਾ ਚਾਹੀਦਾ ਅਕਾਲੀ ਦਲ ਨੂੰ। ਸੋ ਇਸ ਕਰਕੇ ਪ੍ਰਾਈਵੇਟ ਕੰਪਨੀ ਦਾ ਮਾਲਕ ਜਿਹੜਾ ਹੈਗਾ ਉਹ ਆਪਣੀ ਮਰਜ਼ੀ ਨਾਲ ਫੈਸਲੇ ਲੈਂਦਾ ਅਤੇ ਉਹਨਾਂ ਫੈਸਲਿਆਂ ਤੋਂ ਮਨਾਂ ਦੇ ਵਿੱਚ ਸਾਡੇ ਨਿਰਾਸ਼ਾ ਪੈਦਾ ਹੋਈ। ਸਭ ਤੋਂ ਵੱਡੀ ਗੱਲ ਇਹ ਕਿ ਗੁਰੂ ਗ੍ਰੰਥ ਅਤੇ ਗੁਰੂ ਗ੍ਰੰਥ
ਦੀ ਗੱਲ ਕਰਨ ਵਾਲਾ ਜਿਹੜੀ ਸੀਗੀ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਪਾਰਟੀ ਸੀਗੀ, ਪਰ ਹੁਣ ਇਹ ਪਾਰਟੀ ਨਹੀਂ ਰਹੀ। ਇਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਸਾਰੇ ਜਿਹੜੇ ਸਿਧਾਂਤ ਸੀਗੇ ਉਹਨਾਂ ਨੂੰ ਟੰਗ ਦਿੱਤਾ। ਨਾ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੋਈ ਪਰਵਾਹ ਰਹੀ, ਨਾ ਇਹਨਾਂ ਨੂੰ ਪੰਥ ਦੀ ਕੋਈ ਪਰਵਾਹ ਰਹੀ। ਇਹਨਾਂ ਨੇ ਪੰਥ, ਗੁਰੂ ਗ੍ਰੰਥ ਸਾਹਿਬ ਸਭ ਭੁੱਲ ਗਏ। ਸੋ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਇਸ ਪਾਰਟੀ ਨੂੰ ਅਲਵਿਦਾ ਕਹਿੰਦੇ ਹਾਂ। ਦਿਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਜੀ ਨਾਲ ਮਜੀਠੀਆ ਨਾਲ ਕੋਈ ਗੱਲਬਾਤ ਹੋਈ, ਕੋਈ ਨਿੱਜੀ ਮਸਲਾ ਸੀ ਕਿਉਂਕਿ ਟਿਕਟਾਂ ਦਾ ਜੋ ਵੰਡ ਦੀ ਕੋਈ? ਅਸੀਂ, ਤੁਹਾਨੂੰ ਯਾਦ ਹੋਣਾ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਵੱਡੀ ਇੱਕ ਮਹਾਂ ਪੰਚਾਇਤ ਬੁਲਾਈ ਸੀਗੀ। ਮਹਾਂ ਪੰਚਾਇਤ ਰਾਹੀਂ ਅਸੀਂ ਪਾਰਟੀ ਨੂੰ ਇਹ ਸੁਨੇਹਾ ਭੇਜਿਆ ਸੀਗਾ ਕਿ ਪਾਰਟੀ ਇਸ ਗੱਲ ਤੇ ਵਿਚਾਰ ਕਰੇ। ਸਾਨੂੰ ਨਹੀਂ ਸੀ ਪਤਾ 2017 'ਚ ਕਿਸ ਵਿਅਕਤੀ ਨੂੰ ਟਿਕਟ ਕੱਟ ਕੇ ਦਿੱਤੀ, ਕਿਉਂਕਿ ਮੈਨੂੰ ਇਹਨਾਂ ਨੇ 4 ਵਾਰ ਟਿਕਟ ਦਾ ਲਾਰਾ ਦਿੱਤਾ। 4 ਵਾਰ ਟਿਕਟ ਦਿੱਤੀ, ਹਲਕਾ ਇੰਚਾਰਜ ਲਾ ਕੇ ਰੱਖਿਆ, 4 ਵਾਰ ਟਿਕਟ ਦਿੱਤੀ, ਕਿਉਂਕਿ 2 ਵਾਰ ਮੈਨੂੰ ਇਹਨਾਂ ਨੇ ਨਾਭੇ ਤੋਂ ਟਿਕਟ ਦੇ ਕੇ ਵਾਪਸ ਲੈ ਲਈ। ਇੱਕ ਵਾਰ ਇਹਨਾਂ ਨੇ ਮੈਨੂੰ ਤੋਂ ਅਮਲੋਹ ਤੋਂ ਟਿਕਟ ਦੇ ਕੇ ਵਾਪਸ ਲੈ ਲਈ। ਚੌਥੀ ਵਾਰ ਇਹਨਾਂ ਨੇ ਪਾਰਲੀਮੈਂਟ ਅਨਾਉਂਸ ਕਰਕੇ ਇਹਨਾਂ ਦਿਨ ਪਹਿਲਾਂ ਵੀ ਇੱਕ ਮੇਰੇ ਨਾਂ ਦੀ ਬੱਟੀ ਚਲਾਤੀ ਕਿ ਅਸੀਂ ਕੋਆਰਡੀਨੇਟਰ ਲਾਤਾ। ਸੋ ਅਸੀਂ ਇਸ ਗੱਲ ਨੂੰ ਰੋਸ ਲੈ ਕੇ ਚੱਲਿਆ ਸਾਡੇ ਮਨ ਦੇ ਵਿੱਚ ਕਿ ਸਾਨੂੰ ਇਹ ਬੁੱਧੂ ਬਣਾਉਂਦੇ ਆ, ਪੱਟੀ ਉਹਦੇ ਵਿੱਚ ਪੀਟ ਕਹਿ ਦਿੰਦੇ ਆ ਕਿ ਅਸੀਂ ਤੁਹਾਨੂੰ ਸੈਟਲ ਕਰ ਲਿਆ। ਇਹਨਾਂ ਨੇ ਝੂਠ ਦੇ ਝੂਠ ਬੋਲਦੇ ਨੇ। ਇਹਨਾਂ ਦਾ ਜਿਹੜਾ ਝੂਠ ਦਾ ਸੀਗਾ ਪਰਦਾਫਾਸ਼ ਪਿਆ। ਸੋ ਇਹਨਾਂ ਨੇ ਨਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨੀ, ਨਾ ਕਿਸੇ ਵਰਕਰ ਦੀ ਗੱਲ ਸੁਣੀ, ਤੇ ਇਸ ਗੱਲ ਦੀ ਨਿਰਾਸ਼ਾ ਲੈ ਕੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਮਹਾਂ ਪੰਚਾਇਤ ਬੁਲਾ ਕੇ ਇਹ ਗੱਲ ਕਹੀ ਸੀ ਕਿ ਸਾਨੂੰ ਨਹੀਂ ਸੀ ਪਤਾ 2017 'ਚ ਕਬੀਰਦਾਸ ਕੌਣ ਹੈ। ਹੁਣ ਸਾਨੂੰ ਪਤਾ ਲੱਗਿਆ ਹੈ ਕਿ ਕਬੀਰਦਾਸ ਕੌਣ ਹੈ, ਕਬੀਰਦਾਸ ਦੇ ਕਾਰਨਾਮੇ ਕੀ ਨੇ। ਉਹ ਸਾਰੇ ਕਾਰਨਾਮਿਆਂ ਦਾ ਚਿੱਠਾ ਵੀ ਅਸੀਂ ਖੋਲ੍ਹ ਕੇ ਦਿਖਾਇਆ ਤੇ ਪਾਰਟੀ ਨੂੰ ਕਿਹਾ ਕਿ ਇਹਨੂੰ ਬਦਲ ਕੇ ਕਿਸੇ ਹੋਰ ਵਿਅਕਤੀ ਨੂੰ ਟਿਕਟ ਦੇ ਦਿਓ। ਕੋਈ ਵੀ ਵਿਅਕਤੀ, ਕੋਈ ਜ਼ਰੂਰੀ ਨਹੀਂ ਮੱਖਣ ਸਿੰਘ ਲਾਲਕਾ ਹੋਵੇ, ਲਾਲ ਸਿੰਘ ਜੀਤਗੜ੍ਹ ਹੋਵੇ, ਕੋਈ ਵੀ ਬੰਦਾ ਜਿਹੜਾ ਤੁਹਾਨੂੰ ਠੀਕ ਲੱਗਦਾ ਉਹਨੂੰ ਟਿਕਟ ਦੇ ਕੇ ਇਲੈਕਸ਼ਨ ਲੜਾਓ ਤੇ ਅਸੀਂ ਉਹਦੇ ਨਾਲ ਹੋਵਾਂਗੇ। ਜਦੋਂ ਇਹ ਗੱਲ ਨੂੰ ਪ੍ਰਵਾਨ ਇਹਨਾਂ ਨੇ ਮੰਨਿਆ ਨਹੀਂ, ਸੁਣਿਆ ਨਹੀਂ, ਤੇ ਅਸੀਂ ਇਹ ਗੱਲ ਮਨ ਦੇ ਵਿੱਚ ਲਿਆ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਗਲੀਆਂ ਦੇ ਵਿੱਚ ਰੋਲਣ ਦੇ ਵਿੱਚ ਜੇ ਕੋਈ ਰੋਲ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਖਾਸ ਕਰਕੇ ਰਿਹਾ। ਕਬੀਰਦਾਸ ਨੂੰ ਟਿਕਟ ਦਿੱਤੀ ਗਿਆ, ਕੀ ਕਾਰਨਾਮੇ ਨੇ ਜਿਹੜੇ ਤੁਸੀਂ ਕਹਿ ਰਹੇ ਚਿੱਠੇ ਖੋਲੇ ਦੀ, ਕੀ ਮੇਨ ਮਕਸਦ ਆ? ਪਿਛਲੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਦੇਖੋ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਿੱਥੇ ਬਿਰਾਜਮਾਨ ਹੋ ਜਾਂਦੇ ਨੇ ਉੱਥੇ ਕੋਈ ਵੀ ਕਿਸੇ ਵੀ ਧਰਮ ਦੀ ਕੋਈ ਬਾਣੀ, ਕਿਸੇ ਵੀ ਧਰਮ ਦਾ ਕੋਈ ਉੱਥੇ ਰੱਖਿਆ ਨਹੀਂ ਜਾਂਦਾ। ਗੁਰੂ ਗ੍ਰੰਥ ਸਾਹਿਬ ਨੂੰ ਚੁਕਾ ਕੇ ਇਹ ਆਪਣਾ ਇੱਕ ਨਾਮ ਜਪਾਉਣਾ ਚਾਹੁੰਦਾ ਸੀਗਾ। ਉਸ ਗੱਲ ਦੀ ਅਸੀਂ ਸਾਰਾ ਰਿਕਾਰਡ ਤੁਹਾਨੂੰ ਵੀ ਦਿੱਤਾ ਸੀਗਾ, ਸਭ ਨੂੰ ਦਿੱਤਾ। ਕੋਈ ਇਸ ਕਰਕੇ ਸਾਡੇ ਮਨ ਦੇ ਵਿੱਚ ਨਿਰਾਸ਼ਾ ਹੈ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ, ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਹੀਂ ਚੱਲ ਸਕਦਾ, ਜਿਹੜੀ ਪਾਰਟੀ ਸ਼੍ਰੋਮਣੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੋਈ ਸਿਸਟਮ ਨਹੀਂ ਬਣਾ ਸਕੀ, ਜਿੱਧਰਲੇ ਪਾਸੇ ਬੇਅਦਬੀ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਸ਼ਟਰਿੰਗ ਦੇਈ ਗਈ, ਤੇ ਇਸ ਤਰ੍ਹਾਂ ਦੀ ਪਾਰਟੀ 'ਚ ਰਹਿਣ ਦਾ ਕੋਈ ਰੋਲ ਨਹੀਂ ਬਣਦਾ। ਤਾਂ ਅਸੀਂ ਆਪਣੇ ਗੁਰੂ ਵਾਸਤੇ ਇਹ ਸਾਰੀਆਂ ਗੱਲਾਂ ਸੋਚ ਕੇ, ਦੂਸਰੀ ਗੱਲ ਇਹ ਸੀ ਕਿ ਸਾਡੇ ਹਲਕੇ ਦੇ ਲੋਕਾਂ ਦੀ ਡਿਮਾਂਡ ਸੀਗੀ ਕਿ ਅਸੀਂ ਇਸ ਵਿਅਕਤੀ ਨਾਲ ਰਹਿਣਾ ਨਹੀਂ ਤੇ ਤੁਸੀਂ ਤਗੜੇ ਹੋ ਕੇ ਅੱਗੇ ਲੱਗੋ। ਲਾਲ ਸਿੰਘ ਜੀਤਗੜ੍ਹ ਤੇ ਮੈਂ ਤੇ ਮੇਰਾ ਬੇਟਾ, ਅਸੀਂ ਸਾਰਿਆਂ ਨੇ ਸਲਾਹ ਕਰਕੇ ਇਹ ਫੈਸਲਾ ਕੀਤਾ ਕਿ ਅਸੀਂ ਇਸ ਪਾਰਟੀ ਨਾਲ ਰਹਿਣਾ ਨਹੀਂ। ਅਸੀਂ ਜਿਹੜਾ ਵੀ ਕੋਈ ਦੇਖਾਂਗੇ ਅਸੀਂ ਲੋਕਾਂ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਨਵਾਂ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਲੈ ਕੇ ਸਮੇਂ ਤੋਂ ਤੁਸੀਂ ਸੇਵਾ ਨਿਭਾਰੇ ਸੀ। ਕਬੀਰਦਾਸ ਤਾਂ ਨਵੇਂ ਨੇ, ਅਜੇ ਇੱਥੇ ਟਿਕਟ ਉਹਨਾਂ ਨੂੰ ਦੇ ਦਿੱਤੀ ਗਈ ਆ। ਵਿਚਾਰ ਵਟਾਂਦਰਾ ਕਰਨਾ ਨਹੀਂ ਚਾਹੀਦਾ ਤੁਹਾਨੂੰ ਬਾਦਲ ਹੋਣਾ? ਮੈਂ ਉਹੀ ਗੱਲ ਕਰਨਾ ਕਿ ਅਸੀਂ ਵੱਡੀ ਰੈਲੀ ਕਰਕੇ ਪਾਰਟੀ ਦੇ ਕੰਨਾਂ ਤੱਕ ਗੱਲ ਪਹੁੰਚਾਈ। ਪੂਰੇ ਪੰਜਾਬ 'ਚ ਮੈਂ ਗਿਆ, ਪੂਰੇ ਪੰਜਾਬ 'ਚ ਗਿਆ। ਜੇ ਮੈਂ ਸੁਣੀ ਤਾਂ ਮੈਂ ਜਾ ਕੇ ਗੱਲ ਕਹੀ ਤਾਂ ਮੈਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਬੰਦਾ ਹੈ। ਉਹ ਮੈਨੂੰ ਕਹਿੰਦੇ ਕਿਹੜਾ ਪੁੱਛਦਾ ਇਹਨਾਂ ਗੱਲਾਂ ਨੂੰ, ਤੇ ਮੈਂ ਮਨ 'ਚ ਇਹ ਸੋਚਿਆ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਕਹਿੰਦਾ ਵੀ ਕੋਈ ਨਹੀਂ ਪੁੱਛਦਾ ਇਹਨਾਂ ਗੱਲਾਂ ਨੂੰ, ਤਾਂ ਫਿਰ ਇਸ ਬੰਦੇ ਤੋਂ ਮੈਂ ਕੀ ਆਸ ਰੱਖਦਾ। ਫਿਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਸਰਸੀ ਕਰ ਕੇ ਬਾਹਰ ਨਿਕਲੇ। ਸੋ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਗੁਰੂ ਪੰਥ, ਗੁਰੂ ਗ੍ਰੰਥ ਦੇ ਹਮੇਸ਼ਾ ਹਾਮੀ ਰਵਾਂਗੇ। ਗੁਰੂ ਗ੍ਰੰਥ, ਗੁਰੂ ਪੰਥ ਸਭ ਤੋਂ ਉੱਚਾ ਹੈ, ਕਿਉਂਕਿ ਜੇ ਆਹ ਦਸਤਾਰ ਬਖਸ਼ਿਸ਼ ਕੀਤੀ ਆ ਤੇ ਗੁਰੂ ਗ੍ਰੰਥ ਨੇ, ਗੁਰੂ ਪੰਥ ਨੇ ਬਖਸ਼ਿਸ਼ ਕੀਤੀ ਆ। ਸੋ ਇਸ ਕਰਕੇ ਅਸੀਂ ਇਸ ਗੱਲ ਤੇ ਬਿਲਕੁਲ ਹੀ ਪਰਵਾਹ ਨਹੀਂ ਕਰਾਂਗੇ ਕਿ ਕੌਣ ਬੰਦਾ ਕੀ ਆ। ਅਸੀਂ ਇਸ ਬੰਦੇ ਦੇ ਖਿਲਾਫ ਪੂਰਾ ਡਟ ਕੇ ਵਿਰੋਧ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਕੇ ਅਗਲਾ ਜਿਹੜਾ ਹੈਗਾ ਰਸਤਾ ਕੋਈ ਅਖਤਿਆਰ ਕਰਾਂਗੇ। ਯਾਦ ਲੜੋਗੇ ਜਾਂ ਕੋਈ ਪਾਰਟੀ ਦੇ ਵਿੱਚ? ਆਪਣੇ ਵਰਕਰਾਂ ਨਾਲ, ਸਾਰੇ ਦੋਸਤਾਂ ਨਾਲ, ਜਿਹੜੇ ਸਾਡੇ ਨਾਲ ਵਰਕਰ ਨਹੀਂ, ਮੇਰੇ ਨਾਲ ਲਾਲ ਸਿੰਘ ਜੀਤਗੜ੍ਹ ਨਾਲ, ਮੇਰੇ ਨਾਲ ਪਰਿਵਾਰ ਦੀ ਤਰ੍ਹਾਂ ਇਹ ਹਲਕੇ ਦੇ ਵਿੱਚ ਲੋਕ ਮੇਰੇ ਨਾਲ ਵਿਚਰਦੇ ਨੇ। ਮੈਂ ਉਹਨਾਂ ਲੋਕਾਂ ਨਾਲ ਪਰਿਵਾਰ ਦੀ ਤਰ੍ਹਾਂ ਵਿਚਰਦਾ। ਸੋ ਸਾਰੇ ਲੋਕਾਂ ਨਾਲ ਸਲਾਹ ਕਰਕੇ ਫਿਰ ਕੋਈ ਨਵਾਂ ਡਿਸੀਜਨ ਲਵਾਂਗੇ। ਜਿਹੜਾ ਲੋਕ ਡਿਸੀਜਨ ਕਹਿਣਗੇ ਵੀ ਆਹ ਲੈਣਾ ਚਾਹੀਦਾ, ਅਸੀਂ ਉਹ ਲਵਾਂਗੇ। ਜਥੇਦਾਰ ਲਾਲ ਸਿੰਘ ਰਣਜੀਤਗੜ੍ਹ ਸਾਡੇ ਨਾਲ ਨੇ। ਕਿਉਂ ਅਸਤੀਫਾ ਦਿੱਤਾ ਗਿਆ ਇਹਨਾਂ ਦੇ ਵੱਲੋਂ, ਕੀ ਕਾਰਨ ਸੀ? ਹਾਂਜੀ ਸਰ, ਕੀ ਅਸਤੀਫਾ ਦੇਣ ਦਾ ਕੀ ਕਾਰਨ ਸੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਤੀਫਾ ਦੇਣ ਦਾ ਕਾਰਨ ਇਸ ਤਰ੍ਹਾਂ ਦੀ ਕਿ ਜੋ ਟਕਸਾਲੀ ਸਾਡੇ ਵਰਕਰ ਨੇ ਜਾਂ ਸਾਡੇ ਆਗੂ ਨੇ, ਉਹਨਾਂ ਨੂੰ ਹੁਣ ਪੁੱਛਿਆ ਨਹੀਂ ਜਾ ਰਿਹਾ। ਜਿਵੇਂ ਸ਼੍ਰੋਮਣੀ ਅਕਾਲੀ ਦਲ 1920 'ਚ ਬਣਿਆ ਸੀ, 1920 ਦੇ ਵਿੱਚ ਜਿਹੜਾ ਸਿਧਾਂਤ ਸੀ ਅਕਾਲੀ ਦਲ ਦਾ, ਉਹ ਤੋਂ ਅਕਾਲੀ ਦਲ ਥਿੜਕ ਗਿਆ। ਜਿਵੇਂ ਲਾਲਕਾ ਸਾਹਿਬ ਨੇ ਦੱਸਿਆ ਕਿ ਇੱਕ ਲਿਮਟਿਡ ਕੰਪਨੀ ਬਣ ਗਈ ਕਿ ਜਿਵੇਂ ਫੈਸਲਾ ਕਰ ਦਿੰਦੇ ਨੇ ਉਸ ਤੋਂ ਹੀ ਚੱਲ ਜਾਂਦਾ।
ਇਸ ਲਈ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਨੇ, ਜਿਵੇਂ ਮੇਰੇ ਤੇ ਲਾ ਲਓ, ਮੈਨੂੰ 35 ਸਾਲ ਹੋ ਗਏ ਪਾਰਟੀ ਚੱਲਦੇ ਨੂੰ, ਕੰਮ ਕਰਦੇ ਨੂੰ, ਔਰ 35 ਸਾਲ ਦੇ ਵਿੱਚ ਮੈਂ ਜਿੰਨੀ ਮਿਹਨਤ ਕੀਤੀ ਹੈ, ਔਰ ਮੈਂ ਆਪਣੇ ਪਰਿਵਾਰ ਵੱਲ ਨਹੀਂ ਦੇਖਿਆ ਹੈਗਾ, ਮੈਂ ਪਾਰਟੀ ਵੱਲ ਦੇਖਿਆ। ਜਿੱਥੇ ਵੀ ਕਿਤੇ ਪਾਰਟੀ ਮੇਰੀ ਡਿਊਟੀ ਲਾਉਂਦੀ ਸੀ, ਚਾਹੇ ਕੋਈ ਦਿੱਲੀ ਡਿਊਟੀ ਲਾਤੀ, ਚਾਹੇ ਅੰਮ੍ਰਿਤਸਰ ਡਿਊਟੀ ਲਾਤੀ, ਜਿੱਥੇ ਮਰਜ਼ੀ ਲਾਤੀ, ਪਰ ਪਾਰਟੀ ਨਾਲ ਤਨਦੇਹੀ ਨਾਲ ਕੰਮ ਕੀਤਾ। ਪਿੱਛੇ ਮੈਨੂੰ ਜਾਣੀ ਕਿ ਵੀ 1992 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਸਰਦਾਰ ਸ਼ਮਸ਼ੇਰ ਸਿੰਘ ਦੁੱਲੋਂ ਦੇ ਮੁਕਾਬਲੇ ਵਿਧਾਨ ਸਭਾ ਹਲਕਾ ਖੰਨੇ ਤੋਂ ਚੋਣ ਲੜਾਈ, ਅਤੇ ਉਦੋਂ ਮੈਂ ਪਰਵਾਹ ਨਹੀਂ ਕੀਤੀ ਅੱਤਵਾਦ ਦੀ। ਅਤੇ ਉਸ ਤੋਂ ਬਾਅਦ ਮੈਂ ਜਿੰਨੀਆਂ ਵੀ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ, ਕੋਈ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਮਹਾਰਾਜਾ ਪਟਿਆਲਾ ਸਾਹਿਬ ਨੇ ਜਦੋਂ ਉਦੋਂ ਜੇਲ੍ਹ 'ਚ ਭੇਜਿਆ ਸੀ, ਤਾਂ ਉਦੋਂ ਵੀ ਰੋਸ ਵਜੋਂ ਅਸੀਂ ਆਪਣੇ ਨਾਭੇ ਦੇ ਵਿੱਚ ਮੈਂ ਇਕੱਲਾ ਇੱਕ ਜੇਲ੍ਹ 'ਚ ਸੀ, ਜਿਹੜੇ ਬੰਦੇ ਨੇ ਜੇਲ੍ਹ ਕੱਟੀ। ਅਤੇ ਜਿੱਥੇ ਵੀ ਕਿਤੇ ਕੋਈ ਪ੍ਰੋਗਰਾਮ ਹੁੰਦਾ ਅਤੇ ਉਹ ਤੋਂ ਵੱਧ ਚੜ੍ਹ ਕੇ ਹਿੱਸਾ ਪਾਉਂਦੇ। ਬਾਅਦ 2013 ਦੇ ਵਿੱਚ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ, ਔਰ ਬੜੇ ਪੱਧਰ 'ਤੇ ਮੈਂ ਜਿੱਤਿਆ ਸੀ, ਔਰ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਰਿਹਾ। ਅਤੇ ਹੁਣ ਵੀ ਜਿੱਥੇ ਵੀ ਕਿਤੇ ਪਾਰਟੀ ਸਾਨੂੰ ਕਿਤੇ ਪ੍ਰੋਗਰਾਮ ਕਰਦੇ ਕਹਿੰਦੀ ਸੀ ਵੀ ਤੁਸੀਂ ਇਸ ਤਰ੍ਹਾਂ ਜਾਣਾ ਕਿਤੇ, ਤਾਂ ਅਸੀਂ ਉੱਥੇ ਜਾਂਦੇ ਸੀ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਸੀਂ ਪਿੱਛੇ ਜੇ ਆਪਣੇ ਜੋ ਪ੍ਰੋਗਰਾਮ ਕੀਤੇ, ਅਸੀਂ ਦੱਸਿਆ ਜਾਣੀ ਕਿ ਜਿਹੜਾ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਕੈਂਡੀਡੇਟ ਹੈ, ਉਹਦੇ ਵਾਸਤੇ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਇਹ ਠੀਕ ਨਹੀਂ ਗਾ। ਇਹ ਕਿਉਂ ਠੀਕ ਨਹੀਂ ਗਾ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਚੱਲ ਰਿਹਾ ਹੈ। ਕਿ ਇਹਨੇ ਦੇਖਿਆ ਜਾਣੀ ਕਿ ਵੀ ਇੱਥੇ ਆਪਣੇ ਪਟਿਆਲੇ ਵੀ ਦੇਖਿਆ ਅਤੇ ਆਪਣੇ ਨਾਭੇ ਦੇ ਵਿੱਚ ਵੀ ਦੇਖਿਆ ਕਿ ਇਸ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆ ਕੇ ਇੱਕ ਜਾਣੀ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆ ਕੇ ਗੁਰੂ ਗ੍ਰੰਥ ਸਾਹਿਬ ਰੱਖਤਾ ਕਿਤੇ ਲਿਆ ਕੇ ਹੋਰ। ਅਤੇ ਉਸ ਦੇ ਸੰਬੰਧ ਵਿੱਚ ਅਸੀਂ ਰੌਲਾ ਹੀ ਪਾਇਆ, ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਕਿਹਾ, ਔਰ ਪਾਰਟੀ ਨੂੰ ਵੀ ਕਿਹਾ, ਔਰ ਅਸੀਂ ਇਕੱਠ ਕਰਕੇ ਵੀ ਮਹਾਂ ਪੰਚਾਇਤ ਬੁਲਾਈ ਵੀ ਇਹਦਾ ਇੱਥੋਂ ਜਾਣੀ ਕਿ ਵੀ ਇਹਨੂੰ ਭੇਜਿਆ ਜਾਵੇ, ਤਾਂ ਕਿ ਕੋਈ ਕਿਸੇ ਵੀ ਬੰਦਾ ਜਿਹੜਾ ਇੱਥੇ ਅਕਾਲੀ ਦਲ ਦਾ ਜੋ ਕੈਂਡੀਡੇਟ ਹੈ, ਗੁਰੂ ਪੰਥ ਨੂੰ ਮੰਨਦਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਵੀ ਉਹਨੂੰ ਟਿਕਟ ਦਿੱਤੀ ਜਾਵੇ। ਅਸੀਂ ਉਹਦੇ ਨਾਲ ਸਹਿਮਤ ਹਾਂ, ਔਰ ਸਾਡਾ ਆਹੀ ਰੋਸ ਹੈ, ਇਸ ਲਈ ਅਸੀਂ ਅਸਤੀਫਾ ਦਿੱਤਾ ਹੈ। ਅਤੇ ਸਾਰਾ ਅਸੀਂ ਜਾਣੀ ਕਿ ਵੀ ਬਰਕਰੀ ਤੋਂ ਆਪਣੇ ਥੱਲੋਂ ਤੋਂ ਲੈ ਕੇ ਅਸੀਂ ਸਾਰਾ ਅਸਤੀਫਾ ਦਿੰਦੇ ਹਾਂ ਅੱਜ ਤੋਂ। ਅਤੇ ਸਰਦਾਰ ਮੱਖਣ ਸਿੰਘ ਲਾਲਕਾ ਅਤੇ ਸਰਦਾਰ ਜਗਦੀਸ਼ ਸਿੰਘ ਲਾਲਕਾ ਅਤੇ ਮੈਂ ਜਥੇਦਾਰ ਲਾਲ ਸਿੰਘ ਰਣਜੀਤਗੜ੍ਹ, ਅਸੀਂ ਪਾਰਟੀ ਤੋਂ ਅਸਤੀਫਾ ਦੇ ਰਹੇ ਹਾਂ। ਕਿਹੜੀ ਪਾਰਟੀ 'ਚ ਜਾਓਗੇ? ਯਾਦ ਲੜੋਗੇ ਕਾਂਗਰਸ 'ਚ, ਆਪ 'ਚ, ਭਾਜਪਾ 'ਚ? ਦੇਖੋ, ਇਹ ਤਾਂ ਅਸੀਂ ਹੁਣ ਪਿੰਡਾਂ 'ਚ ਜਾਵਾਂਗੇ। ਪਿੰਡਾਂ ਦੇ ਵਿੱਚ ਜਿਹੜੇ ਸਾਡੇ ਵਰਕਰ ਨੇ ਜਾਂ ਸਾਡੇ ਮਿੱਤਰ ਦੋਸਤ ਨੇ, ਸਾਰਿਆਂ ਨਾਲ ਰਾਏ ਮਸ਼ਵਰਾ ਕਰਕੇ ਉਸ ਤੋਂ ਬਾਅਦ ਹੀ ਫੈਸਲਾ ਹੋਵੇਗਾ ਵੀ ਕਿੱਥੇ ਜਾਣਾ ਹੈ, ਕੀ ਕਰਨਾ ਹੈ, ਕਿਵੇਂ ਲੜਾਈ ਲੜਨੀ ਹੈ। ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੇ ਵੱਲੋਂ ਅਸਤੀਫਾ ਦਿੱਤਾ ਗਿਆ, ਜਥੇਦਾਰ ਰਣਜੀਤ ਸਿੰਘ ਲਾਲ ਸਿੰਘ ਰਣਜੀਤਗੜ੍ਹ ਦੇ ਵੱਲੋਂ ਅਸਤੀਫਾ ਦਿੱਤਾ ਗਿਆ। ਸੋ ਦੇਖਣਾ ਹੋਵੇਗਾ ਕੁਝ ਦਿਨਾਂ ਦੇ ਵਿੱਚ ਕਿਹੜੀ ਪਾਰਟੀ ਦੇ ਵਿੱਚ ਜਾਣਗੇ, ਯਾਦ ਖੜੇ ਹੋਣਗੇ ਜਾਂ ਕੋਈ ਹੋਰ ਸਿਆਸੀ ਪਾਰਟੀਆਂ ਦੇ ਵਿੱਚ ਜੁਆਇਨ ਕਰਨਗੇ। ਲੁਧਿਆਣਾ ਟਾਈਮਸ ਦੇ ਲਈ ਨਾਭਾ ਤੋਂ ਗੌਰਵ ਢਿੰਗੀ ਦੀ ਰਿਪੋਰਟ।